ਆਪਾਂ ਵਚਨ ਜਦੋਂ ਕੱਢਦੇ ਹਾਂ ਕਹੂਤਾਂ 3 ਦੀ 5 ਕਹੂਤਾਂ ਦੀ ਕਿਤਾਬ 3 ਅਧਿਆਏ ਉਹਦੇ 5 ਨੰਬਰ ਵਚਨ ਨੂੰ ਕੱਢਦੇ ਆਪਾਂ। ਅਸੀਂ ਪਾਸਟਰੀ ਲਈ ਬੈਠੇ ਸੀਗੇ, ਬਲਾਡੀ ਉੱਤੇ ਦੱਸ ਰਹੀ ਸਾਨੂੰ ਕਿ ਜਦੋਂ ਭਾਈ ਦੇ ਘਰ ਵਿੱਚ ਇੱਕ ਮਹਿਮਾਨ ਆਇਆ ਤੇ ਉਹਨੂੰ ਕਹਿਣ ਲੱਗਿਆ ਭਾਈ ਮੈਂ ਉਹ ਭਾਈ ਨੂੰ ਮਿਲਣਾ ਸੀਗਾ ਕਿ ਨਹਾਉਣ ਤੋਂ ਕਿੰਨਾ ਟਾਈਮ ਲੱਗਦਾ। ਕਹਿੰਦੇ ਨਹੀਂ ਜੀ ਬਸ 5-4 ਮਿੰਟ ਨਹਾਉਣੇ ਨੇ ਅਤੇ ਬਾਹਰ ਆ ਜਾਣਾ। ਅਤੇ ਕੀ ਹੋਇਆ, ਜਦੋਂ ਉਹਨੇ 10 ਮਿੰਟ ਹੋਏ, 15 ਮਿੰਟ ਹੋਏ, 20 ਮਿੰਟ ਹੋਏ ਤਾਂ ਉਹ ਭਾਈ ਵੀ ਅੱਕ ਕੇ ਕਹਿਣ ਲੱਗਿਆ, ਕਹਿੰਦਾ ਭਰਾ ਮੇਰਾ ਇੰਨਾ ਟਾਈਮ ਲਾਉਂਦਾ ਇਹ ਨਹਾਉਣ ਤੇ। ਕਹਿੰਦੇ ਨਹੀਂ ਅੱਗੇ ਤਾਂ ਇੰਨਾ ਟਾਈਮ ਲਾਇਆ ਨਹੀਂਗਾ ਕਦੇ, ਵੀ ਅੱਜੇ ਪਤਾ ਨਹੀਂ ਕੀ ਹੋ ਗਿਆ, ਅੱਜ ਹੀ ਪਤਾ ਨਹੀਂ ਕੀ ਹੋ ਗਿਆ, ਅੱਜ ਹੀ ਕਹਿੰਦੇ ਉਹਨੇ ਆਵਾਜ਼ਾਂ ਮਾਰੀਆਂ ਤਾਂ ਜੇ ਤਾਂ ਉਹ ਜਿੰਦਾ ਹੋਵੇ ਤਾਂ ਉਹ ਆਵਾਜ਼ ਸੁਣੇ ਅਤੇ ਖੋਲੇ ਬਾਹਰ ਨੂੰ। ਪਰ ਉਹਨੇ ਟੂਟੀ ਤਾਂ ਖੋਲ੍ਹ ਲਈ ਸੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਉਹਨੂੰ ਟੂਟੀ ਖੋਲ੍ਹਣ ਦਾ ਹੁਕਮ ਸੀ, ਉਹਨੂੰ ਬੰਦ ਕਰਨ ਦਾ ਹੁਕਮ ਨਹੀਂ ਸੀਗਾ। ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਉਹਨੂੰ ਕੀ ਦੇਖਦੇ ਨੇ ਕਿ ਉਹਦਾ ਮੂੰਹ ਤਾਂ ਪਈ ਬਾਲਟੀ ਦੇ ਵਿੱਚ ਡੁੱਬਿਆ ਪਿਆ ਤੇ ਉਹ ਡੈੱਡ ਹੋਇਆ ਪਿਆ। ਹਾਲੇਲੂਇਆ। ਸਾਨੂੰ ਵੀ ਪਤਾ ਨਹੀਂ ਸਾਡੇ ਨਾਲ ਕੀ ਹੋ ਜਾਣਾ ਹੈ। ਜਿਹੜਾ ਵੀ ਕੰਮ ਕਰਨਾ ਖੁਦਾ ਉੱਤੇ ਭਰੋਸਾ ਰੱਖ ਕੇ ਕਰਨਾ, ਨਾ ਕਿ ਆਪਦੇ ਉੱਤੇ ਕਿ ਅਸੀਂ ਆਹ ਕੰਮ ਕਰਾਂਗੇ, ਕਿਉਂਕਿ ਅਸੀਂ ਕੁਝ ਨਹੀਂ ਕਰ ਸਕਦੇ। ਜੇ ਪਰਮੇਸ਼ਵਰ ਨਾ ਚਾਹੇ ਅਸੀਂ ਪਾਣੀ ਦਾ ਇੱਕ ਘੁੱਟ ਵੀ ਆਪਣੇ ਅੰਦਰ ਨਹੀਂ ਲੈ ਸਕਦੇ, ਰੋਟੀ ਦੀ ਇੱਕ ਬੁਰਕੀ ਵੀ ਆਪਣੇ ਅੰਦਰ ਨਹੀਂ ਲੈ ਸਕਦੇ, ਕਿਉਂਕਿ ਸਭ ਕੁਝ ਹੁਕਮ ਦੇ ਵਿੱਚ ਹੈ। ਦੇਖੋ ਬੱਦਲ ਜਦੋਂ ਇੱਕ ਜਗ੍ਹਾ ਪਾਟ ਜਾਂਦੇ ਨੇ ਹਨਾ, ਕਿੰਨਾ ਨੁਕਸਾਨ ਹੁੰਦਾ ਉਸ ਜਗ੍ਹਾ ਦੇ ਉੱਤੇ, ਪਰ ਪਰਮੇਸ਼ਵਰ ਦੇ ਹੁਕਮ ਦੇ ਨਾਲ ਬੱਦਲ ਵੀ ਪਾਣੀ ਨੂੰ ਚੱਕਦੇ ਨੇ ਅਤੇ ਕਣੀ ਕਣੀ ਕਰਕੇ ਧਰਤੀ ਉੱਤੇ ਬਰਾਉਂਦੇ ਨੇ ਤਾਂ ਕਿ ਉਹ ਜਾਨਾਂ ਦਾ ਨੁਕਸਾਨ ਨਾ ਹੋਵੇ ਜਿਹੜੀਆਂ ਧਰਤੀ ਉੱਤੇ ਵੱਜਦੀਆਂ ਨੇ। ਹਾਲੇਲੂਇਆ। ਆਪਾਂ ਕਿੰਨੀਆਂ ਖਬਰਾਂ ਸੁਣਦੇ ਕਿ ਦੇਖੋ ਫਲਾਣੀ ਜਗ੍ਹਾ ਉੱਤੇ ਭਾਈ ਬੱਦਲ ਪਾਟਿਆ ਅਤੇ ਉੱਥੇ ਹੜ੍ਹ ਆ ਗਏ, ਉੱਥੇ ਬਹੁਤ ਜ਼ਿਆਦਾ ਪਾਣੀ ਹੋਇਆ। ਬੱਦਲਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ, ਪਰ ਉਹ ਪਰਮੇਸ਼ਰ ਦੇ ਹੁਕਮ ਦੇ ਨਾਲ ਹੀ ਸਭ ਕੁਝ ਕਰਦੇ ਨੇ। ਸਾਨੂੰ ਵੀ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੇਕਰ ਅਸੀਂ ਜਿਉਂਦੇ ਰਹਿਣਾ, ਕਿਉਂਕਿ ਬਾਣੀ ਵਿੱਚ ਲਿਖਿਆ ਕਹਿੰਦਾ ਧੰਨ ਹੈ ਉਹ ਮਨੁੱਖ ਜਿਹੜਾ ਪਰਮੇਸ਼ਰ ਦੇ ਬਚਨਾਂ ਉੱਤੇ ਆਪਣੇ ਚਿੱਤ ਨੂੰ ਲਾਉਂਦਾ ਹੈ। ਹਾਲੇਲੂਇਆ। ਹਾਂਜੀ, ਜਦੋਂ ਆਪਾਂ ਪੜ੍ਹਦੇ ਹਾਂ ਯਹੋਵਾ ਉੱਤੇ ਭਰੋਸਾ ਰੱਖ, ਆਪਣੇ ਪੂਰੇ ਦਿਲ ਦੇ ਨਾਲ ਪਰਮੇਸ਼ਰ ਉੱਤੇ ਭਰੋਸਾ ਰੱਖ। ਨਾ ਭਾਈ ਤੂੰ ਆਪਦੀ ਮਰਜ਼ੀ ਉੱਤੇ ਭਰੋਸਾ ਰੱਖ, ਨਾ ਕਿਸੇ ਇਨਸਾਨ ਉੱਤੇ ਭਰੋਸਾ ਰੱਖ, ਕਿਉਂਕਿ ਇਨਸਾਨ ਸਾਨੂੰ ਸਾਹ ਨਹੀਂ ਦੇ ਸਕਦਾ, ਇਨਸਾਨ ਸਾਨੂੰ ਨਜਾਤ ਨਹੀਂ ਦੇ ਸਕਦਾ, ਇਨਸਾਨ ਸਾਨੂੰ ਚੰਗਿਆਈ ਨਹੀਂ ਦੇ ਸਕਦਾ। ਇੱਕ ਜਿਉਂਦਾ ਪਰਮੇਸ਼ਵਰ ਹੀ ਹੈ ਜਿਹੜਾ ਸਾਨੂੰ ਕੀ ਕਰਦਾ, ਚੰਗਿਆਈ ਵੀ ਦਿੰਦਾ, ਸਾਨੂੰ ਸੰਭਾਲਦਾ ਵੀ ਹੈ, ਸਾਨੂੰ ਸਾਹ ਵੀ ਦਿੰਦਾ ਹੈਗਾ ਅਤੇ ਹਰ ਇੱਕ ਮੁਸੀਬਤ ਤੋਂ ਸਾਨੂੰ ਬਾਹਰੇ ਕੱਢਣ ਦੀ ਸਾਮਰਥ ਵੀ ਜਿਉਂਦਾ ਪਰਮੇਸ਼ਵਰ ਰੱਖਦਾ। ਇਸੇ ਕਰਕੇ ਬਚਨ ਸਾਨੂੰ ਸਿਖਾਉਂਦਾ। ਹਾਂਜੀ, ਆਪਣੇ ਪੂਰੇ ਦਿਲ ਨਾਲ ਯਹੋਵਾ ਉੱਤੇ ਭਰੋਸਾ ਰੱਖ, ਆਪਣੀ ਸਮਝ ਉੱਤੇ ਇਤਬਾਰ ਨਾ ਕਰ। ਅੱਜ ਕੱਲ੍ਹ ਮਸੀਹ ਦੇ ਵਿੱਚ ਬਹੁਤ ਸਾਰੇ ਲੋਕ ਪ੍ਰਭੂ ਦੇ ਨਾਲ ਵੀ ਚੱਲਦੇ ਨੇ, ਪਰ ਉਹ ਆਪਣੀ ਸਮਝ ਦਾ ਜ਼ਿਆਦਾ ਸਹਾਰਾ ਲੈਂਦੇ ਨੇ ਅਤੇ ਆਪਣੀ ਸਮਝ ਦੇ ਨਾਲ ਹੀ ਕਹਿੰਦੇ ਨੇ ਭਾਈ ਅਸੀਂ ਆਪਣੀ ਸਮਝ ਦੇ ਨਾਲ ਹੀ ਆਪਦੇ ਬਿਜ਼ਨਸਾਂ ਨੂੰ ਵਧਾਵਾਂਗੇ, ਆਪਦੀ ਸਮਝ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਪਾਲਾਂਗੇ, ਆਪਦੀ ਸਮਝ ਦੇ ਨਾਲ ਅਸੀਂ ਆਹ ਕਰਾਂਗੇ, ਆਪਦੀ ਸਮਝ ਨਾਲ ਅਸੀਂ ਉਹ ਕਰਾਂਗੇ। ਉਹਨਾਂ ਜੇ ਲੋਕਾਂ ਵਾਸਤੇ ਪਰਮੇਸ਼ਰ ਦਾ ਬਚਨ ਸਾਨੂੰ ਸਿਖਾਉਂਦਾ ਹੈ। ਜਦੋਂ ਆਪਾਂ ਯਾਕੂਬ ਦੀ ਪੱਤਰੀ 4 ਅਧਿਆਏ ਉਹਦੇ 13 ਨੰਬਰ ਵਚਨ ਨੂੰ ਪੜ੍ਹ ਦਿਆਂਗੇ, ਯਾਕੂਬ 4 ਅਧਿਆਏ ਉਹਦੇ 13 ਨੰਬਰ ਵਚਨ ਨੂੰ ਪੜ੍ਹਦੇ ਹਾਂ। ਓਏ ਤੁਸੀਂ ਜੋ ਇਹ ਆਖਦੇ ਹੋ ਭਾਈ ਤੁਸੀਂ ਅੱਜ ਜਾਂ ਭਲਕੇ ਫਲਾਣੇ ਨਗਰ ਨੂੰ ਜਾਵਾਂਗੇ, ਹਾਂਜੀ, ਅਤੇ ਉੱਥੇ ਇੱਕ ਬਰਹਾ ਕੱਟਾਂਗੇ ਅਤੇ ਵਣਜ ਵਪਾਰ ਕਰਾਂਗੇ ਅਤੇ ਕੁਝ ਖੱਟਾਂਗੇ। ਓਏ ਕਹਿੰਦਾ ਤੁਸੀਂ ਜੋ ਇਹ ਆਖਦੇ ਹੋ ਭਾਈ ਅੱਜ ਜਾਂ ਕੱਲ ਨੂੰ ਅਸੀਂ ਫਲਾਣੇ ਨਗਰ ਜਾਵਾਂਗੇ ਅਤੇ ਉੱਥੇ ਇੱਕ ਬਰਾ 1 ਸਾਲ ਕੱਟਾਂਗੇ ਅਤੇ ਵਣਜ ਵਪਾਰ ਕਰਾਂਗੇ ਅਤੇ ਕੁਝ ਖੱਟ ਕੇ ਭਈ ਆਪਦੇ ਬੱਚਿਆਂ ਵਾਸਤੇ ਲਿਆਵਾਂਗੇ। ਹਾਲੇਲੂਇਆ। ਹਾਂਜੀ, ਅੱਗੇ ਬਚਨ ਆਪਾਂ ਨੂੰ ਕੀ ਦੱਸਦਾ ਹੈ? ਜੋ ਭਲਕੇ ਕੀ ਹੋਵੇਗਾ, ਤੁਹਾਡੀ ਜਿੰਦ ਹੈ ਕੀ ਨਹੀਂ, ਕਿਉਂ ਜੋ ਤੁਸੀਂ ਤਾਂ ਭਾਫ ਹੋ ਜਿਹੜੀ ਥੋੜਾ ਕੁ ਚਿਰ ਦਿਸਦੀ ਹੈ ਪਰ ਫਿਰ ਅਲੋਪ ਹੋ ਜਾਂਦੀ ਹੈ। ਇਨਸਾਨ ਇਹ ਚੀਜ਼ ਨੂੰ ਭੁੱਲ ਗਿਆ ਹੈ ਕਿ ਜਿਹੜੀ ਮੇਰੀ ਜ਼ਿੰਦਗੀ ਆ ਉਹ ਜਿਸ ਤਰ੍ਹਾਂ ਪਾਣੀ ਉੱਤੇ ਭਾਫ ਹੁੰਦੀ ਹੈ ਨਾ, 1 ਸਕਿੰਟ ਦੇ ਲਈ ਭਾਫ ਹੁੰਦੀ ਹੈ ਤੇ ਦੂਜੇ ਸਕਿੰਟ ਵਿੱਚ ਉਹ ਖਤਮ ਹੋ ਜਾਂਦੀ ਹੈ। ਕਹਿੰਦਾ ਤੁਸੀਂ ਨਹੀਂ ਜਾਣਦੇ ਜਿਹੜੀ ਤੁਹਾਡੀ ਜ਼ਿੰਦਗੀ ਆ ਇਹ ਮੇਰੇ ਹੱਥ ਵਿੱਚ ਹੈ। ਕਹਿੰਦਾ ਤੁਸੀਂ ਨਹੀਂ ਜਾਣਦੇ ਜਿਸ ਤਰ੍ਹਾਂ ਪਾਣੀ ਉੱਤੇ ਭਾਫ ਹੁੰਦੀ ਹੈ ਭਈ ਉਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਆ। ਤੁਸੀਂ ਇਹ ਚੀਜ਼ ਨੂੰ ਕਿਉਂ ਨਹੀਂ ਸਮਝਦੇ ਕਿ ਅੱਜ ਤੁਸੀਂ ਜ਼ਿੰਦਾ ਹੋ ਅਤੇ ਕੱਲ ਨੂੰ ਤੁਸੀਂ ਮਰ ਵੀ ਸਕਦੇ ਹੋ। ਇਸੇ ਕਰਕੇ ਆਪਣੀ ਜ਼ਿੰਦਗੀ ਵਿੱਚ ਪਰਮੇਸ਼ਰ ਦਾ ਡਰ ਰੱਖੋ, ਕਿਉਂਕਿ ਸਾਨੂੰ ਪਤਾ ਹੀ ਨਹੀਂ ਕਿਹੜੇ ਵੇਲੇ ਆਵਾਜ਼ ਵੱਜ ਜਾਣੀ ਹੈ ਤੇ ਕਿਹੜੇ ਵੇਲੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਸਾਨੂੰ ਜਾਣਾ ਪੈ ਜਾਣਾਗਾ। ਸਾਡੇ ਕੋਲੋਂ ਕਿਸੇ ਰਿਸ਼ਤੇਦਾਰ ਦਾ ਪੈਰ ਨਹੀਂ ਅੜਕਾਇਆ ਜਾਣਾ, ਸਾਡੇ ਕੋਲੋਂ ਕਿਸੇ ਦਾ ਵੇਟ ਨਹੀਂ ਕੀਤਾ ਜਾਣਾ। ਜਦੋਂ ਪਰਮੇਸ਼ਰ ਨੇ ਆਵਾਜ਼ ਮਾਰਤੀ ਨਾਲ ਦੀ ਨਾਲ ਉਸੇ ਘੜੀ ਇਹ ਕਮਰੇ ਨੂੰ ਛੱਡ ਕੇ, ਜਿਹੜਾ ਕਿਰਾਏ ਦਾ ਕਮਰਾ ਸਾਡੇ ਲਵਿਆ ਗਿਆ, ਉਹ ਕਮਰੇ ਨੂੰ ਛੱਡ ਕੇ ਉਸੇ ਘੜੀ ਸਾਨੂੰ ਜਾਣਾ ਪੈਣਾ ਹੈ। ਹਾਲੇਲੂਇਆ। ਇਹ ਮਿੱਟੀ ਹੈ, ਇਹਨੇ ਮਿੱਟੀ ਹੋ ਜਾਣਾ ਹੈ। ਜਦੋਂ ਆਪਾਂ ਮੱਤੀ ਦੀ ਅੰਜੀਲ 6 ਅਧਿਆਏ ਉਹਦੇ 10 ਵਚਨ ਨੂੰ ਪੜ੍ਹ ਦੇਂਗੇ
ਤਾਂ ਬੜੇ ਚਾਵਾਂ ਦੇ ਨਾਲ ਅਸੀਂ ਕਹਿੰਦੇ, ਬੜੇ ਚਾਹਨਾ ਦੇ ਨਾਲ ਅਸੀਂ ਕਹਿੰਦੇ ਕਿ ਹੇ ਖੁਦਾਵੰਦ ਖੁਦਾ, ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਆਪਣੀਆਂ ਬਾਹਾਂ ਵੀ ਉੱਚੀਆਂ ਕਰ ਦਿਆਂਗੇ, ਆਪਣੇ ਬੁੱਲਾਂ ਦੇ ਵਿੱਚੋਂ ਅਸੀਂ ਆਵਾਜ਼ ਨੂੰ ਵੀ ਉੱਚਾ ਕਰ ਦਿਆਂਗੇ, ਅਤੇ ਉਸ ਤੋਂ ਬਾਅਦ ਅਸੀਂ ਕੀ ਕਹਿੰਦੇ ਹਾਂ, ਹੇ ਖੁਦਾ ਤੇਰਾ ਰਾਹ ਸਾਡੀ ਜ਼ਿੰਦਗੀ ਵਿੱਚ ਆਵੇ। ਹਾਂਜੀ ਹਾਂ ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਵੇਂ ਸਰਗ ਵਿੱਚ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਕਹਿੰਦੇ ਆਪਾਂ ਪ੍ਰਾਰਥਨਾ ਦੇ ਵਿੱਚ ਹਰ ਕੋਈ ਕਹਿੰਦੇ, ਜਦੋਂ ਆਪਾਂ ਲਾਸਟ ਪ੍ਰਾਰਥਨਾ ਕਰਦੇ ਉਦੋਂ ਵੀ ਇਹ ਗੱਲ ਨੂੰ ਬੋਲਦੇ ਆ ਕਿ ਹੇ ਪਿਤਾ ਤੇਰਾ ਰਾਜ ਆਵੇ, ਤੇਰੀ ਜਿਹੀ ਮਰਜ਼ੀ ਸਵਰਗਾਂ ਦੇ ਵਿੱਚ ਪੂਰੀ ਹੁੰਦੀ ਹੈ ਉਹ ਜ਼ਮੀਨ ਉੱਤੇ ਹੀ ਪੂਰੀ ਹੋਵੇ। ਪਰ ਉਹਦੀ ਮਰਜ਼ੀ ਕੀ ਹੈ? ਉਹਦੀ ਮਰਜ਼ੀ ਦਾ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਅਸੀਂ ਕੀਤੀ। ਯਿਸੂ ਮਸੀਹ ਨੂੰ ਤਾਂ ਅਸੀਂ ਮੰਨ ਲਿਆ, ਯਿਸੂ ਮਸੀਹ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਕੱਲੇ ਮੰਨਣ ਦੇ ਨਾਲ ਸਾਡੇ ਕੋਲੋਂ ਕੁਝ ਨਹੀਂ ਹੋਣਾ, ਕੱਲੇ ਵਿਸ਼ਵਾਸ ਰੱਖਣ ਨਾਲ ਸਾਡੇ ਕੋਲੋਂ ਕੁਝ ਨਹੀਂ ਹੋਣਾ, ਕਿਉਂਕਿ ਸਾਰਾ ਕੁਝ ਹੀ ਬੇਅਰਥਾ ਹੋ ਜਾਣਾ ਜੇ ਸਾਡੇ ਵਿੱਚ ਅਮਲ ਨਾ ਪਾਏ ਗਏ। ਸਾਡੇ ਉੱਤੇ ਬਚਨ ਦੇ ਮੁਤਾਬਕ, ਜਿਹੜਾ ਬਚਨ ਸਾਨੂੰ ਸਿਖਾਉਂਦਾ ਉਹਦੇ ਮੁਤਾਬਕ ਅਸੀਂ ਨਾ ਚੱਲੇ ਤਾਂ ਸਾਡਾ ਸਾਰਾ ਕੁਝ ਹੀ ਬੇਅਰਥ ਹੋ ਜਾਣਾ। ਸਾਡਾ ਯਿਸੂ ਕਿਹਾ ਵੀ ਬੇਅਰਥਾ ਹੋ ਜਾਣਾ ਹੈ, ਅਤੇ ਸਾਡਾ ਘੰਟੇ ਘੰਟੇ ਪ੍ਰਾਰਥਨਾ ਵਿੱਚ ਲਾਉਣਾ ਵੀ ਬੇਅਰਥਾ ਹੋ ਜਾਣਾ, ਤੇ ਅੰਤ ਦੇ ਦਿਨਾਂ ਵਿੱਚ ਪਰਮੇਸ਼ਰ ਨੇ ਕਹਿ ਦੇਣਾ ਕਿ ਮੈਂ ਤਾਂ ਭਾਈ ਤੁਹਾਨੂੰ ਕਦੇ ਜਾਣੇ ਹੀ ਨਹੀਂ। ਹਾਲੇਲੂਇਆ। ਇਸੇ ਕਰਕੇ ਸਾਨੂੰ ਇਕੱਲੇ ਯਿਸੂ ਨੂੰ ਮੰਨਣਾ ਨਹੀਂ, ਯਿਸੂ ਮਸੀਹ ਦੀ ਮਰਜ਼ੀ ਨੂੰ ਜਾਣਨਾ ਹੈ ਕਿ ਉਹਦੀ ਮਰਜ਼ੀ ਹੈ ਕੀ ਹੈ ਸਾਡੀ ਜ਼ਿੰਦਗੀਆਂ ਦੇ ਵਿੱਚ। ਪ੍ਰਭੂ ਯਿਸੂ ਮਸੀਹ ਦੀ ਮਰਜ਼ੀ ਇਹੀ ਹੈ ਕਿ ਅਸੀਂ ਘਰ ਦੇ ਵਿੱਚ ਪਿਆਰ ਦੇ ਵਿੱਚ ਰਹੀਏ। ਜਿਹੜਾ ਸਾਡਾ ਘਰ ਦੇ ਵਿੱਚ ਹੈ ਉਹ ਅਸੀਂ ਪਿਆਰ ਵਿੱਚ ਰਹੀਏ। ਜਿਹੜੇ ਸਾਨੂੰ ਗਾਲਾਂ ਕੱਢਦੇ ਉਹਨਾਂ ਨੂੰ ਅਸੀਂ ਉਲਟਾ ਆਸੀਸ ਦਈਏ, ਕਿਉਂਕਿ ਯਿਸੂ ਮਸੀਹ ਦੇ ਮੁੱਖ ਉੱਤੇ ਥੁੱਕਿਆ ਗਿਆ ਸੀਗਾ, ਯਿਸੂ ਮਸੀਹ ਦੇ ਥੱਪੜ ਮਾਰੇ ਗਏ ਸੀਗੇ, ਯਿਸੂ ਮਸੀਹ ਦੇ ਸਿਰ ਉੱਤੇ ਕੰਡਿਆਂ ਦਾ ਤਾਜ ਰੱਖਿਆ ਗਿਆ ਸੀਗਾ, ਯਿਸੂ ਮਸੀਹ ਦੀ ਪਿੱਠ ਉੱਤੇ ਕੋੜੇ ਮਾਰੇ ਗਏ ਸੀਗੇ, ਯਿਸੂ ਮਸੀਹ ਦੇ ਹੱਥਾਂ ਵਿੱਚ ਪੈਰਾਂ ਵਿੱਚ ਕਿੱਲ ਠੋਕ ਕੇ ਉਹਨੂੰ ਲੱਕੜੀ ਉੱਤੇ ਲਟਕਾਇਆ ਗਿਆ ਸੀ। ਤਾਂ ਅੰਤ ਦੇ ਵਿੱਚ ਪਰਮੇਸ਼ਰ ਨੇ ਕੀ ਕਿਹਾ ਸੀਗਾ? ਹਾਂਜੀ ਆਪਾਂ ਬਾਈਬਲ ਪੜ੍ਹਦੇ ਸਾਰੇ ਕੀ ਕਿਹਾ ਸੀ ਪ੍ਰਭੂ ਨੇ? ਇਹਨਾਂ ਨੂੰ ਮਾਫ ਕਰੋ। ਇਹ ਜਾਣਦੇ ਨਹੀਂ ਇਹ ਕੀ ਕਰਦੇ ਨੇ, ਕਿਉਂਕਿ ਅਣਜਾਣ ਲੋਕ ਨੇ, ਜਿਹੜੇ ਸਾਡੇ ਗੁਆਂਢੀ ਨੇ, ਜਿਹੜੇ ਅਣਜਾਣ ਲੋਕ ਨੇ ਪਰਮੇਸ਼ਰ ਦੇ ਬਚਨ ਤੋਂ, ਉਹ ਲੋਕਾਂ ਨੂੰ ਪਤਾ ਨਹੀਂ ਕਿ ਅਸੀਂ ਗਾਲਾਂ ਕਿਉਂ ਕੱਢ ਦਿਆਂਗੇ, ਸਾਡੇ 'ਚ ਗੁੱਸਾ ਕਿਉਂ ਆਉਂਦਾ ਗਾ। ਪਰ ਸਾਨੂੰ ਤਾਂ ਪਤਾ ਨਾ ਵੀ ਸਾਡੇ ਵਿੱਚ ਗੁੱਸਾ ਲਿਆਉਣ ਵਾਲਾ ਕੌਣ ਹੈ। ਸਾਡੇ 'ਚ ਗੁੱਸਾ ਲਿਆਉਣ ਵਾਲਾ ਸ਼ੈਤਾਨ ਆ ਭਾਈ। ਸਾਨੂੰ ਉਹਦੇ ਮੂੰਹ ਵਿੱਚ ਚੱਲਣਾ ਚਾਹੀਦਾ, ਜਿਸ ਤਰ੍ਹਾਂ ਪਰਮੇਸ਼ਰ ਦਾ ਬਚਨ ਸਾਨੂੰ ਸਿਖਾਉਂਦਾ ਹੈ, ਭਾਈ ਤੂੰ ਗੁੱਸੇ ਤਾਂ ਹੋ ਪਰ ਪਾਪ ਨਾ ਕਰ। ਅਸੀਂ ਗੁੱਸੇ ਹੁੰਦੇ ਹਾਂ, ਗੁੱਸੇ ਦੇ ਵਿੱਚ ਹੀ ਹਜ਼ਾਰਾਂ ਗਾਲਾਂ ਬਕ ਦਿੰਦੇ ਆਂਗੇ, ਤੇ ਪਰਮੇਸ਼ਰ ਦਾ ਆਤਮਾ ਸਾਡੇ ਕੋਲੋਂ ਰੁੱਸ ਜਾਂਦਾ, ਤੇ ਪਰਮੇਸ਼ਰ ਦਾ ਆਤਮਾ ਸਾਡੇ ਕੋਲੋਂ ਦੂਰ ਹੋ ਜਾਂਦਾ ਗਾ। ਤਾਂ ਕਿਵੇਂ ਅਸੀਂ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕਰ ਸਕਦੇ? ਪਰਮੇਸ਼ਰ ਦੀ ਮਰਜ਼ੀ ਇਹੀ ਹੈ। ਕੀ ਪਰਮੇਸ਼ਰ ਦੀ ਮਰਜ਼ੀ ਹੈ ਕਿ ਸਾਨੂੰ ਜਿਹੜੇ ਗਾਲਾਂ ਕੱਢਦੇ ਨੇ, ਸਾਡੇ ਨਾਲ ਜਿਹੜੇ ਲੜਦੇ ਨੇ, ਜਾਂ ਸਾਡੇ ਨਾਲ ਬੈਰ ਰੱਖਦੇ ਨੇ, ਜਾਂ ਸਾਡੇ ਯਾਰ ਦੋਸਤ ਸ਼ਰਾਬਾਂ ਪੀਂਦੇ ਨੇ, ਭਾਈ ਸੁਣਿਆ ਹੁੰਦਾ ਕਿ ਸ਼ਰਾਬਾਂ ਪੀਏ, ਉਹਦੀ ਮਰਜ਼ੀ ਤਾਂ ਇਹ ਆ ਭਾਈ। ਜਿਹੜੇ ਲੋਕ ਅੱਜ ਵੀ ਨਸ਼ਿਆਂ ਵਿੱਚ ਫਸੇ ਹੋਏ ਨੇ, ਅਸੀਂ ਉਹਨਾਂ ਵਾਸਤੇ ਦੁਆਵਾਂ ਪ੍ਰਾਰਥਨਾ ਕਰੀਏ, ਕਿਉਂਕਿ ਖੁਦਾ ਦਾ ਵਚਨ ਸਾਨੂੰ ਸਿਖਾਉਂਦਾ ਹੈ ਜੇ ਤੈਨੂੰ ਕੋਈ ਸਤਾਉਂਦਾ ਹੈ ਭਾਈ ਤੂੰ ਉਹਦੇ ਵਾਸਤੇ ਪ੍ਰਾਰਥਨਾ ਕਰ। ਹਾਲੇਲੂਇਆ, ਹਾਲੇਲੂਇਆ। ਇਸੇ ਕਰਕੇ ਆਪਾਂ ਗਲਾਤੀਆਂ ਦੀ ਕਿਤਾਬ 5 ਅਧਿਆਏ ਉਹਦੇ 19 ਵਚਨ ਨੂੰ ਜਦੋਂ ਪੜ੍ਹਦੇ ਹਾਂ, ਗਲਾਤੀਆਂ ਦੇ ਕੰਮ ਤਾਂ ਪ੍ਰਗਟ ਹਨ। ਦੇਖੋ ਪਰਮੇਸ਼ਰ ਦੀ ਮਰਜ਼ੀ ਦੇ ਕੰਮ ਨਹੀਂ ਹੈਗੇ। ਅਸੀਂ ਜਾਣੀਏ ਅੱਜ ਵੀ ਪਰਮੇਸ਼ਰ ਦੀ ਮਰਜ਼ੀ ਸਾਡੇ ਵਿੱਚ ਰਹਿੰਦੀ ਵੀ ਹੈ ਜਾਂ ਨਹੀਂ ਵੀ ਰਹਿੰਦੀ। ਹਾਲੇਲੂਇਆ। ਜੇਕਰ ਸਾਡੇ ਵਿੱਚ ਅੱਜ ਵੀ ਇਹ ਗੱਲਾਂ ਨੇ ਤਾਂ ਪਰਮੇਸ਼ਰ ਦੀ ਮਰਜ਼ੀ ਸਾਡੇ ਵਿੱਚ ਨਹੀਂ, ਪਰਮੇਸ਼ਰ ਦਾ ਆਤਮਾ ਸਾਡੇ ਵਿੱਚ ਨਹੀਂ ਹੈਗਾ। ਆਪਦੇ ਆਪ ਨੂੰ ਜਾਂਚਣਾ ਅੱਜ। ਹਾਂਜੀ ਸਰੀਰ ਦੇ ਕੰਮ ਤਾਂ ਪ੍ਰਗਟ ਹਨ। ਉਹ ਇਹ ਹਨ ਹਰਾਮਕਾਰੀ, ਗੰਦਮੰਦ, ਲੁੱਚਪੁਣਾ। ਜੇਕਰ ਸਾਡੇ ਵਿੱਚ ਅੱਜ ਵੀ ਇਹ ਗੱਲਾਂ ਨੇ, ਸਾਡੇ ਵਿੱਚ ਹਰਾਮਕਾਰੀ ਹੈ, ਸਾਡੇ ਵਿੱਚ ਗੰਦਮੰਦ ਹੈ, ਸਾਡੇ ਵਿੱਚ ਲੁੱਚਪੁਣਾ ਹੈ, ਤਾਂ ਸਾਡੇ ਵਿੱਚ ਪਰਮੇਸ਼ਰ ਦਾ ਆਤਮਾ ਨਹੀਂ, ਪਰਮੇਸ਼ਰ ਦੀ ਮਰਜ਼ੀ ਸਾਡੇ ਵਿੱਚ ਨਹੀਂ ਹੈਗੀ। ਹਾਂਜੀ ਹਾਂ। ਬੈਰ ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ। ਕਹਿੰਦਾ ਜੇ ਤੁਹਾਡੇ ਵਿੱਚ ਅੱਜ ਵੀ ਮੂਰਤੀ ਪੂਜਾ, ਜਾਦੂਗਰੀ ਹੈ, ਬੈਰ ਹੈ, ਝਗੜੇ ਨੇ, ਹਸਦ ਹੈ, ਕ੍ਰੋਧ ਹੈ, ਧੜੇਬਾਜ਼ੀਆਂ ਨੇ। ਹਾਂਜੀ ਅਤੇ ਜਿੱਦਤਾਂ, ਖਾਰ, ਨਸ਼ੇ, ਬਦਮਸਤੀਆਂ ਅਤੇ ਹੋਰ ਇਹੋ ਜਿਹੇ ਕੰਮ। ਕਹਿੰਦਾ ਅਤੇ ਜੇ ਤੁਹਾਡੇ ਵਿੱਚ ਅੱਜ ਵੀ ਫੁੱਟਾਂ ਨੇ, ਕਹਿੰਦਾ ਤੁਸੀਂ ਦੋ ਭਾਈਆਂ ਵਿੱਚ ਫੁੱਟਾ ਪਾਉਣ ਵਾਲੇ ਇਨਸਾਨ ਹੋ, ਤੁਹਾਡੇ ਵਿੱਚ ਵਿਦਤਾ ਨੇ, ਖਾਰ ਨੇ, ਨਸ਼ੇ ਨੇ, ਬਦਮਸਤੀਆਂ ਨੇ ਅਤੇ ਹੋਰ ਇਹੋ ਜਿਹੇ ਕੰਮ ਨੇ। ਹਾਂਜੀ ਇਹ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ, ਜਿਵੇਂ ਮੈਂ ਅੱਗੇ ਆਖਿਆ ਸੀ, ਭਾਈ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੁੰਦੇ। ਉਹਨਾਂ ਵਿੱਚ ਪਰਮੇਸ਼ਰ ਦੀ ਕੋਈ ਮਰਜ਼ੀ ਨਹੀਂ ਹੈਗੀ, ਉਹਨਾਂ ਦੇ ਵਿੱਚ ਪਰਮੇਸ਼ਰ ਦਾ ਕੋਈ ਆਤਮਾ ਨਹੀਂ। ਜਿਹੜੇ ਲੋਕ ਇਹ ਕੰਮ ਕਰਦੇ ਨੇ ਅਤੇ ਇਹੋ ਜਿਹੇ ਲੋਕਾਂ ਵਿੱਚ ਸਵਰਗਾਂ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਂਜੀ ਪਰ ਆਤਮਾ ਦਾ ਫਲ ਇਹ ਹੈ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਰਮਾਈ ਅਤੇ ਸੰਜਮ।
ਪਰ ਕਹਿੰਦਾ ਆਤਮਾ ਦੇ ਕੰਮ ਇਹ ਨੇ ਭਾਈ, ਤੁਹਾਡੇ ਵਿੱਚ ਇਹ ਗੱਲਾਂ ਨਹੀਂ ਗਿਆ। ਜੇਕਰ ਤੁਹਾਡੇ ਵਿੱਚ ਅੱਜ ਵੀ ਧੀਰਜ ਹੈ, ਕੋਈ ਮੰਨ ਲਓ ਤੁਹਾਡਾ ਮਸਲਾ ਨਹੀਂ ਹੋ ਰਿਹਾ ਹੈਗਾ, ਤਾਂ ਤੁਹਾਡੇ ਵਿੱਚ ਧੀਰਜ ਆ ਭਾਈ, ਅਸੀਂ ਸਤਸੰਗ ਦੇ ਵਿੱਚ ਜਾਣੀ ਜਾਣਾ। ਜਿਸ ਦਿਨ ਪਰਮੇਸ਼ਰ ਨੇ ਸਾਡੇ ਤੇ ਕਿਰਪਾ ਕਰਨੀ ਹੋਈ, ਕਰੂਗਾ, ਪਰਮੇਸ਼ਰ ਦੀ ਮਰਜ਼ੀ ਆ। ਕਿਉਂਕਿ ਅਯੂਬ ਦੇ ਬਾਰੇ ਪਰਮੇਸ਼ਰ ਨੇ ਸਮਾਂ ਲਾਇਆ ਸੀਗਾ। ਹਾਲੇਲੂਇਆ। ਅਯੂਬ ਦੀ ਕਹਾਣੀ ਤਾਂ ਸਾਰਿਆਂ ਨੇ ਪੜ੍ਹਿਆ। ਅਯੂਬ ਦੇ ਬਾਰੇ ਪਰਮੇਸ਼ਰ ਨੇ ਕੀ ਕੀਤਾ ਸੀਗਾ? ਸਮਾਂ ਲਾਇਆ ਸੀ ਉਹਨੂੰ ਬਰਕਤ ਦੇਣ ਦੇ ਲਈ, ਪਰ ਉਹਨੇ ਧੀਰਜ ਰੱਖਿਆ, ਉਹਨੇ ਆਪਦੇ ਮਨ ਨੂੰ ਨਹੀਂ ਡਲਾਇਆ। ਜੇਕਰ ਤੁਹਾਡੇ ਵਿੱਚ ਵੀ ਧੀਰਜ ਹੈ, ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਸ਼ਰਾਬ, ਦੁਬਾਰਾ ਪੜੋ ਜੀ ਆਪਾਂ। ਪਰ ਆਤਮਾ ਦਾ ਫਲ ਇਹ ਹੈ, ਹਾਂ, ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ। ਪਰ ਕਹਿੰਦਾ ਆਤਮਾ ਦੇ ਫਲ ਇਹ ਨੇ, ਜੇਕਰ ਤੁਹਾਡੇ ਵਿੱਚ ਅੱਜ ਵੀ ਇਹ ਗੱਲਾਂ ਨੇ, ਤੁਹਾਡੇ ਵਿੱਚ ਪ੍ਰੇਮ ਹੈ, ਆਨੰਦ ਹੈ, ਸ਼ਾਂਤੀ ਹੈ, ਧੀਰਜ ਹੈ, ਦਿਆਲਗੀ, ਭਲਾਈ ਅਤੇ ਵਫਾਦਾਰੀ। ਕਿਉਂਕਿ ਪਰਮੇਸ਼ਰ ਇਹ ਚੀਜ਼ਾਂ ਨੂੰ ਪਿਆਰ ਕਰਦਾ ਹੈ। ਹਾਂਜੀ। ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਨਰਮਾਈ ਅਤੇ ਸੰਜਮ। ਨਰਮਾਈ ਅਤੇ ਸੰਜਮ। ਨਰਮਾਈ ਹੈ, ਤੁਹਾਡੇ ਵਿੱਚ ਸੰਜਮ ਹੈ। ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਸ਼ਰਾਹ ਨਹੀਂ ਹੈ। ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਭਾਈ ਕੋਈ ਸ਼ਰਾਹ ਨਹੀਂ ਹੈ ਜੀ। ਅਤੇ ਜਿਹੜੇ ਮਸੀਹ ਯਿਸੂ ਦੇ ਹਨ, ਉਹਨਾਂ ਨੇ ਸਰੀਰ ਨੂੰ ਉਹਨਾਂ ਦੀਆਂ ਕਾਮਨਾ ਅਤੇ ਵਿਸ਼ਿਆਂ ਸਣੇ ਸਲੀਬ ਉੱਤੇ ਚਾੜ ਦਿੱਤਾ। ਕਹਿੰਦਾ ਜਿਹੜੇ ਮਸੀਹ ਯਿਸੂ ਦੇ ਨੇ ਭਾਈ, ਉਹਨਾਂ ਨੇ ਕੀ ਕੀਤਾ? ਆਪਣੀਆਂ ਕਾਮਨਾ ਖਤਮ ਕਰ ਦਿੱਤੀਆਂ, ਕਿਉਂਕਿ ਸਰੀਰ ਦੇ ਵਿੱਚ ਮੁਰਦਾ ਹੋ ਗਏ। ਉਹਨਾਂ ਨੇ ਸਰੀਰ ਨੂੰ ਨਹੀਂ ਬਲਕਿ ਆਤਮਾ ਨੂੰ ਸ਼ਿੰਗਾਰਨ ਦੇ ਉੱਤੇ ਜ਼ੋਰ ਲਾਇਆ। ਹਾਂਜੀ। ਜੇ ਅਸੀਂ ਆਤਮਾ ਦੁਆਰਾ ਜਿਉਂਦੇ ਹਾਂ ਤਾਂ ਆਤਮਾ ਦੁਆਰਾ ਚੱਲੀਏ ਵੀ। ਜੇ ਅਸੀਂ ਆਤਮਾ ਦੁਆਰਾ ਜਿਉਂਦੇ, ਜੇ ਅਸੀਂ ਯਿਸੂ ਮਸੀਹ ਦੇ ਕਹਾਉਂਦੇ ਆ ਭਾਈ, ਤਾਂ ਯਿਸੂ ਮਸੀਹ ਦੀ ਬਾਣੀ ਮੁਤਾਬਕ ਚੱਲੀਏ। ਕਿਉਂਕਿ ਯਿਸੂ ਮਸੀਹ ਦਾ ਆਤਮਾ ਜਿਹੜਾ ਉਹ ਇਹ ਚੀਜ਼ਾਂ ਦੇ ਵਿਰੁੱਧ ਹੈ, ਜਿਹੜੀਆਂ ਸਰੀਰ ਦੇ ਵਿਰੁੱਧ, ਸਰੀਰ ਦੀਆਂ ਗੱਲਾਂ ਨਹੀਂ ਗਿਆ। ਕਿਉਂਕਿ ਪਰਮੇਸ਼ਵਰ ਆਤਮਾ ਹੈ, ਉਹ ਆਤਮਾ ਦੀਆਂ ਗੱਲਾਂ ਸਾਨੂੰ ਸਿਖਾਉਂਦਾਗਾ। ਸਾਡੇ ਉਹ ਸਰੀਰ ਦੇ ਵਿੱਚ ਨਹੀਂ, ਮੰਨ ਲਓ ਸਰੀਰ ਦੇ ਵਿਸ਼ਿਆਂ ਨੂੰ ਪੂਰੀਆਂ ਕਰਨ ਦੀਆਂ ਗੱਲਾਂ ਨਹੀਂ, ਬਲਕਿ ਸਰੀਰ ਤੋਂ ਸਾਨੂੰ ਦੂਰ ਕਰਦਾ, ਆਤਮਾ ਦੇ ਵਿੱਚ ਸਾਨੂੰ ਲੈ ਕੇ ਜਾਂਦਾ। ਅਸੀਂ ਸਰੀਰ ਦੇ ਵਿਸ਼ਿਆਂ ਨੂੰ ਪੂਰਾ ਕਰਨ ਵਿੱਚ ਲੱਗੇ ਰਹਿਣ ਤਾਂ ਅਸੀਂ ਕਦੇ ਸਵਰਗਾਂ ਵਿੱਚ ਨਹੀਂ ਵੜ ਸਕਦੇ। ਹਾਲੇਲੂਇਆ। ਹਾਂਜੀ। ਅਸੀਂ ਫੋਕਾ ਘਮੰਡ ਨਾ ਕਰੀਏ ਭਾਈ, ਇੱਕ ਦੂਜੇ ਨੂੰ ਖਿਜਾਈਏ ਅਤੇ ਇੱਕ ਦੂਜੇ ਨਾਲ ਖਾਰ ਕਰੀਏ। ਅਸੀਂ ਫੋਕਾ ਘਮੰਡ ਨਾ ਕਰੀਏ ਭਾਈ, ਅਸੀਂ ਯਿਸੂ ਮਸੀਹ ਨੂੰ ਮੰਨਦੇ ਆ। ਅਸੀਂ ਕੀ ਕਰੀਏ? ਅਸੀਂ ਇੱਕ ਦੂਜੇ ਨੂੰ ਖਿਜਾਈਏ ਨਾ ਅਤੇ ਇੱਕ ਦੂਜੇ ਨਾਲ ਖਾਰ ਨਾ ਕਰੀਏ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਦਾ ਆਤਮਾ ਜਿਹੜਾ ਭਾਈ, ਉਹ ਇਹ ਚੀਜ਼ਾਂ ਦੇ ਨਫ਼ਰਤ ਕਰਦਾ, ਇਹ ਚੀਜ਼ਾਂ ਤੋਂ ਸੂਹ ਕਰਦਾ ਹੈ। ਤੋ ਸਾਨੂੰ ਕੀ ਕਰਨਾ ਚਾਹੀਦਾ? ਪਰਮੇਸ਼ਰ ਦੀ ਬਾਣੀ ਮੂਦ ਵਿੱਚ ਚੱਲਣਾ ਚਾਹੀਦਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਸਾਡੇ ਲਈ ਕੱਲ ਦੇ ਸਾਹ ਹੈਗੇ ਨੇ ਕਿ ਨਹੀਂ ਹੈਗੇ ਨੇ। ਹਾਲੇਲੂਇਆ। ਸਾਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਕੱਲ ਨੂੰ ਜੀਣਾ ਕਿ ਨਹੀਂ ਜੀਣਾ। ਹਾਲੇਲੂਇਆ। ਇਸੇ ਕਰਕੇ ਆਪਦੀ ਜ਼ਿੰਦਗੀ ਜਿਹੜੀ ਪਰਮੇਸ਼ਰ ਦੇ ਹੱਥਾਂ ਵਿੱਚ ਦਿਓ, ਕਿਉਂਕਿ ਪ੍ਰਭੂ ਸਾਨੂੰ ਜਿਉਂਦੇ ਜੀ ਵੀ ਸੰਭਾਲਦਾ ਤੇ ਮਰਨ ਤੋਂ ਬਾਅਦ ਉਹਨੇ ਵਾਅਦਾ ਕੀਤਾ ਕਿ ਜਿਹੜੇ ਮਸੀਹ ਯਿਸੂ ਵਿੱਚ ਹੋ ਕੇ ਮਰਦੇ ਨੇ ਉਹ ਭਾਈ ਸਦੀਵਕ ਜਿਉਣ ਪਾਉਣਗੇ। ਹਾਲੇਲੂਇਆ। ਜੇਕਰ ਅਸੀਂ ਸਦੀਵਕ ਜਿਉਣ ਪਾਉਣਾ ਤਾਂ ਸਾਨੂੰ ਆਪਦੀ ਜ਼ਿੰਦਗੀ ਜਿਹੜੀ ਪ੍ਰਭੂ ਯਿਸੂ ਮਸੀਹ ਦੇ ਹੱਥਾਂ ਵਿੱਚ ਦੇਣੀ ਪਊਗੀ ਅਤੇ ਉਹਦੀ ਬਾਣੀ ਮੁਤਾਬਕ ਚੱਲਣਾ ਪਊਗਾ। ਹਾਲੇਲੂਇਆ। ਹਾਲੇਲੂਇਆ। ਦੇਖੋ ਜਿਸ ਤਰ੍ਹਾਂ ਸਾਨੂੰ ਇੱਕ ਪਾਸਟਰ ਕਹਿੰਦਾ, ਦੇਖੋ ਜਿਹੜੇ ਰੱਬ ਦੇ ਦਾਸ ਨੇ, ਅਸੀਂ ਪਰਸੋਂ ਮੀਟਿੰਗ ਉੱਤੇ ਗਏ ਸੀਗੇ ਬੁਢਲਾਡੇ ਮੀਟਿੰਗ ਉੱਤੇ ਗਏ ਸੀ। ਅਸੀਂ ਸ਼ੁੱਕਰਵਾਰ ਨੂੰ ਗਏ ਸੀ, ਵੀਰਵਾਰ ਨੂੰ ਮੀਟਿੰਗ ਉੱਤੇ ਗਏ ਸੀ ਅਤੇ ਸ਼ੁੱਕਰਵਾਰ ਨੂੰ ਫਿਰ ਮੈਨੂੰ ਸ਼ਾਮ ਨੂੰ ਫੋਨ ਕੀਤਾ ਸੰਤਾਂ ਨੇ, ਕਹਿੰਦਾ ਵੀ ਜੱਗੀ ਤੈਨੇ ਕਹਿੰਦਾ ਸ਼ੁੱਕਰਵਾਰ ਨੂੰ ਦੁਬਾਰੇ ਬੁਢਲਾਡੇ ਆਉਣਾਗਾ। ਮੈਂ ਵੀ ਆਖ ਸਕਦਾ ਸੀ, ਘੱਟੋ ਘੱਟ ਆਪਾਂ ਨੂੰ 45-50 ਕਿਲੋਮੀਟਰ ਪੈਂਦਾ ਨਾ, ਪਰ ਮੇਰੇ ਮੂੰਹ ਵਿੱਚੋਂ ਨਾ ਨਹੀਂ ਸੀ। ਮੈਂ ਕਿਹਾ ਸੰਤ ਜੀ ਤੁਸੀਂ ਹੁਕਮ ਦਿੱਤਾ ਹੈ, ਕਿਉਂਕਿ ਬਾਣੀ ਵਿੱਚ ਲਿਖਿਆ ਜਿਹੜਾ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਭਾਈ, ਉਹ ਕਿਹਨੂੰ ਕਬੂਲ ਕਰਦਾ ਹੈ? ਖੁਦ ਯਿਸੂ ਮਸੀਹ ਨੂੰ ਕਬੂਲ ਕਰਦਾ ਹੈ। ਮੈਂ ਇਹ ਚੀਜ਼ ਨਹੀਂ ਕਿਹਾ ਪ੍ਰਭੂ ਅੱਜ ਮੈਨੂੰ ਤੇਰੇ ਦਾਸਾਂ ਦਾ ਹੁਕਮ ਨਹੀਂ, ਤੇਰਾ ਹੁਕਮ ਹੈ, ਮੈਂ ਉਹਨੂੰ ਬਾਖੂਬੀ ਨਿਭਾਵਾਂਗਾ। ਅਤੇ ਸੱਚ ਪੁੱਛੋ, ਕੱਲ ਮੇਰੇ ਲਈ ਪੈਸੇ ਵੀ ਨਹੀਂ ਸੀਗੇ, ਪਰਸੋਂ ਮੇਰੇ ਲਈ ਪੈਸੇ ਵੀ ਨਹੀਂ ਸੀ। ਮੈਂ ਪ੍ਰਭੂ ਅੱਗੇ ਦੁਆ ਕੀਤੀ, ਪ੍ਰਭੂ ਸੱਚਮੁੱਚ ਮੈਂ ਜਾਣਾ ਚਾਹੁੰਦਾਗਾ, ਤੂੰ ਮੇਰੇ ਲਈ ਇੰਤਜ਼ਾਮ ਕਰਤਾ। ਪਰਮੇਸ਼ਵਰ ਨੇ ਕੀਤਾ, ਕਿਉਂਕਿ ਮੈਂ ਦਿਲੋਂ ਕਰ ਰਿਹਾ ਉਹਦੇ ਲਈ। ਜਦੋਂ ਵੀ ਰੱਬ ਦੀ ਬਾਣੀ ਮੁਤਾਬਕ ਪਰਮੇਸ਼ਰ ਦਾ ਦਿਨ ਆਉਂਦਾ ਹੈ, ਪਰਮੇਸ਼ਰ ਦਾ ਦਾਸ ਸਾਨੂੰ ਕੋਈ ਸੱਦਾ ਦਿੰਦਾ ਹੈ, ਤਾਂ ਸਾਨੂੰ ਖੁਸ਼ੀ ਨਾਲ ਕਬੂਲ ਕਰਨਾ ਚਾਹੀਦਾ, ਨਾ ਕਿ ਰੰਜ ਦੇ ਨਾਲ। ਹਾਲੇਲੂਇਆ। ਹਾਲੇਲੂਇਆ। ਇਸ ਕਰਕੇ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ। ਅੱਜ ਪ੍ਰਭੂ ਭੋਜ ਦਾ